ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪੁਆਧੀ ਟੀਵੀ। ਮੈਂ ਹਾਂ ਧਨਵੰਤ ਸਿੰਘ ਘਮਾਣ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ, ਅਸੀਂ ਗੱਲਬਾਤ ਕਰਦੇ ਹੁੰਦੇ ਹਾਂ ਕਿਸੇ ਖਾਸ ਮਸਲੇ ਦੇ ਉੱਤੇ ਤੇ ਕਿਸੇ ਖਾਸ ਸ਼ਖਸੀਅਤ ਦੇ ਨਾਲ। ਸੋ ਅੱਜ ਆਪਾਂ ਗੱਲਬਾਤ ਕਰਾਂਗੇ ਇੱਕ ਖਾਸ ਮੁੱਦੇ ਦੇ ਉੱਤੇ, ਅਫਗਾਨਿਸਤਾਨ ਦਾ ਮੁੱਦਾ, ਜਿਹਦੇ 'ਤੇ ਵਿਸ਼ਵ ਭਰ ਦੇ ਵਿੱਚ ਚਰਚਾ ਚੱਲ ਰਹੀ ਹੈ ਕਿ ਆਖਰ ਅਫਗਾਨਿਸਤਾਨ ਹੈ ਜਿਹੜਾ, ਉਹਦੇ ਵਿੱਚ ਤਾਲਿਬਾਨ ਦਾ ਕਬਜ਼ਾ ਹੋ ਚੁੱਕਿਆ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਕਈ ਬੰਦੇ ਸਹੀ ਕਰਾਰ ਦੇ ਰਹੇ ਨੇ, ਕਈ ਗਲਤ ਕਰਾਰ ਦੇ ਰਹੇ ਨੇ। ਅਸਲ ਦੇ ਵਿੱਚ ਮਸਲਾ ਕੀ ਹੈ ਤੇ ਇਹ ਕਿਵੇਂ ਕਿਸ ਤਰ੍ਹਾਂ ਲੋਕ ਇਸ ਨੂੰ ਦੇਖ ਰਹੇ ਨੇ, ਸੋ ਇਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਅੱਜ। ਤੇ ਗੱਲ ਕਰਨ ਲਈ ਸਾਡੇ ਨਾਲ ਮੌਜੂਦ ਨੇ ਪ੍ਰੋਫੈਸਰ ਰਜਿੰਦਰਪਾਲ ਸਿੰਘ ਜੀ ਬਰਾੜ। ਸਭ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਦਾ ਸਵਾਗਤ ਕਰ ਲੈਂਦੇ ਹਾਂ, ਉਸ ਤੋਂ ਬਾਅਦ ਕਰਦੇ ਹਾਂ ਗੱਲਬਾਤ ਸ਼ੁਰੂ। ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ ਦੇਖੋ, ਤਾਲਿਬਾਨ ਦੇ ਉੱਤੇ ਜਿਹੜਾ ਕਿ ਕਬਜ਼ਾ ਹੋ ਚੁੱਕਿਆ, ਤਾਲਿਬਾਨ ਦਾ ਕਬਜ਼ਾ ਹੋ ਚੁੱਕਿਆ ਅਫਗਾਨਿਸਤਾਨ ਦੇ ਉੱਤੇ। ਕਬਜ਼ੇ ਤੋਂ ਬਾਅਦ ਹੁਣ ਕਈ ਲੋਕ ਉਹਨਾਂ ਨੂੰ ਸਹੀ ਕਰਾਰ ਦੇ ਰਹੇ ਨੇ, ਕਿਉਂਕਿ ਇੱਕ ਪਾਸੇ ਜਿਹੜੀ ਅਮਰੀਕਾ ਬਹੁਤ ਵੱਡੀ ਸ਼ਕਤੀ ਹੈ, ਅਮਰੀਕਾ ਨੂੰ ਤਾਂ ਜਿਹੜਾ ਕਿ ਟੱਕਰ ਦੇਣਾ ਬਹੁਤ ਵੱਡੀ ਗੱਲ ਸੀ, ਅਤੇ ਦੂਜੇ ਪਾਸੇ ਤਾਲਿਬਾਨ ਹੈ, ਉਹਨੂੰ ਇੱਕ ਆਤੰਕਵਾਦੀ ਗਰੁੱਪ ਸਮਝਿਆ ਜਾਂਦਾ ਹੈ। ਅਤੇ ਬੇਸ਼ੱਕ ਉੱਥੋਂ ਦੇ ਲੋਕ ਜਿਹੜੇ ਜਾਂ ਫਿਰ ਕੋਈ ਹੋਰ ਲੋਕ ਨੇ, ਉਹ ਉਸ ਗਰੁੱਪ ਨੂੰ ਸਹੀ ਕਰਾਰ ਦਿੰਦੇ ਨੇ, ਪਰ ਦੂਜੇ ਪਾਸੇ ਜਿਹੜਾ ਯੂਨਾਈਟਿਡ ਨੇਸ਼ਨ ਜਾਂ ਫਿਰ ਹੋਰ ਜਿਹੜੀਆਂ ਸ਼ਕਤੀਆਂ ਨੇ, ਉਹ ਆਤੰਕਵਾਦੀ ਗਰੁੱਪ ਮੰਨਦੀਆਂ ਨੇ। ਤੁਸੀਂ ਕਿਵੇਂ ਦੇਖਦੇ ਹੋ ਇਸ ਸਭ ਨੂੰ? ਦੇਖੋ, ਜਿਹੜੀ ਸਭ ਤੋਂ ਪਹਿਲੀ ਗੱਲ ਹੈ ਕਿ ਕਿਸੇ ਵੀ ਮਸਲੇ ਦਾ ਜੇ ਅਸੀਂ ਨਿਪਟਾਰਾ ਕਰਨਾ ਹੋਵੇ ਤਾਂ ਉਹਦੇ ਇਤਿਹਾਸ 'ਚ ਜਾਣਾ ਪੈਂਦਾ। ਅਫਗਾਨਿਸਤਾਨ ਇੱਕ ਅਜਿਹਾ ਖਿੱਤਾ ਹੈਗਾ ਜਿਹਦੇ ਵਿੱਚ ਕਾਬਲ, ਕੰਧਾਰ, ਪਸ਼ਾਵਰ, ਇਹ ਤਿੰਨ ਉਹਨਾਂ ਦੇ ਵੱਡੇ ਸ਼ਹਿਰ ਆਉਂਦੇ ਆ। ਹੁਣ ਪਸ਼ਾਵਰ ਭਾਵੇਂ ਪਾਕਿਸਤਾਨ ਦੇ ਵਿੱਚ ਆ, ਪਰ ਪੁਰਾਣੇ ਅਫਗਾਨਿਸਤਾਨ ਦੇ ਵਿੱਚ ਉਹ ਮੰਨਿਆ ਜਾਂਦਾ ਸੀਗਾ। ਇਸ ਇਲਾਕੇ ਦੇ ਵਿੱਚ ਕਦੇ ਵੀ ਕਿ ਕਿਸੇ ਦੀ ਹਕੂਮਤ ਲੰਮਾ ਸਮਾਂ ਨਹੀਂ ਰਹੇਗੀ, ਸਗੋਂ ਇੱਥੋਂ ਦੇ ਧਾੜ ਵੀ ਦੂਜੀਆਂ ਥਾਵਾਂ 'ਤੇ ਜਾਂਦੇ ਰਹੇ ਆ। ਇੱਥੋਂ ਤੱਕ ਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿ ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਣ ਵੇ ਲਾ ਲਓ। ਤਾਂ ਅਸਲ ਦੇ ਵਿੱਚ ਕੀ ਸੀਗਾ ਕਿ ਇਸ ਇਲਾਕੇ ਦੇ ਧਾੜ ਵੀ ਬਾਹਰ ਜਾਂਦੇ ਰਹੇ, ਪਰ ਇਹਨਾਂ ਨੂੰ ਕੋਈ ਗੁਲਾਮ ਨਹੀਂ ਬਣਾ ਸਕਿਆ। ਇਹਨਾਂ ਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਅੰਗਰੇਜ਼ਾਂ ਨੇ, ਪਰ ਬਹੁਤ ਥੋੜ੍ਹਾ ਸਮਾਂ ਕਬਜ਼ਾ ਰੱਖ ਸਕੇ, ਉਹ ਵੀ ਅੰਸ਼ਕ ਭਾਗ ਉੱਤੇ ਕਬਜ਼ਾ ਰੱਖ ਸਕੇ। ਜ਼ਰੂਰ ਇੱਕ ਵਾਰੀ ਕਿ ਮਹਾਰਾਜਾ ਰਣਜੀਤ ਸਿੰਘ ਤੇ ਜਰਨੈਲ ਹਰੀ ਸਿੰਘ ਨਲੂਆ ਨੇ ਇਹਨਾਂ ਨੂੰ ਹਰਾਇਆ ਸੀ, ਅਤੇ ਕੁਝ ਦੇਰ ਉੱਥੇ ਸਿੱਖ ਰਾਜ ਵੀ ਰਿਹਾ, ਪਰ ਜਿਹੜਾ ਜ਼ਿਆਦਾ ਸਮਾਂ ਹੈਗਾ ਇਹ ਸੁਤੰਤਰ ਹੀ ਰਿਹਾ। ਪਰ ਜਦੋਂ ਪਿਛਲੇ ਕੁਝ ਸਾਲਾਂ ਤੋਂ ਉੱਥੇ ਬੜੀ ਅਫੜਾ ਤਫੜੀ ਮੱਛੀ ਹੋਈ ਆ, ਉਹਦਾ ਕਾਰਨ ਇਹ ਹੋਇਆ ਕਿ ਉੱਥੇ ਪਹਿਲਾਂ ਰੂਸੀ ਫੌਜਾਂ ਆ ਗਈਆਂ ਸੀਗੀਆਂ, ਅਤੇ ਰੂਸੀ ਫੌਜਾਂ ਕਈ ਸਾਲ ਰਹੀਆਂ, ਅਤੇ ਉਦੋਂ ਜਦੋਂ ਰੂਸੀ ਗੌਰਮੈਂਟ ਦੀ ਥਾਪੀ ਹੋਈ ਕਠਪੁਤਲੀ ਉੱਥੇ ਸਰਕਾਰ ਸੀਗੀ, ਤਾਂ ਉਸ ਸਮੇਂ ਪਾਕਿਸਤਾਨ ਅਤੇ ਅਮਰੀਕਾ ਨੇ ਤਾਲਿਬਾਨ ਨੂੰ ਹੱਲਾਸ਼ੇਰੀ ਦਿੱਤੀ। ਤਾਂ ਹੱਲਾਸ਼ੇਰੀ ਦਿੱਤੀ ਅਤੇ ਉੱਥੋਂ ਅਮਰੀਕਾ ਤਾਂ ਕੱਢ ਦਿੱਤਾ, ਉੱਥੋਂ ਰੂਸ ਤਾਂ ਕੱਢ ਦਿੱਤਾ, ਪਰ ਉੱਥੇ ਤਾਲਿਬਾਨ ਨੇ ਆਪਣਾ ਰਾਜ ਸਥਾਪਿਤ ਕਰ ਲਿਆ। ਪਰ ਬਾਅਦ ਦੇ ਵਿੱਚ ਉੱਥੇ ਜਦੋਂ ਉਸਾਮਾ ਬਿਨ ਲਾਦਨ ਨੇ ਕਹਿ ਸਕਦੇ ਹਾਂ ਕਿ ਟਵਿਨ ਟਾਵਰ ਢਾਏ, ਤਾਂ ਅਮਰੀਕਾ ਨੇ ਕਿਹਾ ਕਿ ਇਹ ਕਿੱਥੋਂ ਬੰਦਾ ਆਇਆ, ਅਤੇ ਕਿਹਾ ਕਿ ਇਹ ਬੰਦਾ ਅਫਗਾਨਿਸਤਾਨ ਦੇ ਵਿੱਚ ਲੁਕਿਆ ਹੋਇਆ। ਤਾਂ ਤਾਲਿਬਾਨ ਦੀ ਜਿਹੜੀ ਸਰਕਾਰ ਤੋੜ ਕੇ ਉੱਥੇ ਉਹਨਾਂ ਨੂੰ ਹਰਾ ਕੇ ਉੱਥੇ ਅਮਰੀਕਾ ਨੇ ਆਪ ਦੀ ਸਰਕਾਰ ਬਣਾ ਲਈ, ਆਪਦੀ ਕਠਪੁਤਲੀ ਸਰਕਾਰ ਬਣਾ ਲਈ। ਲੰਮਾ ਸਮਾਂ ਇਹ ਕੋਈ ਚੱਲਦਾ ਰਿਹਾ, ਪਰ ਉਹ ਤਾਲਿਬਾਨ ਨਿਰੰਤਰ ਲੜਾਈ ਲੜਦੇ ਰਹੇ। ਅਖੀਰ ਉਹ ਲੜਾਈ ਜਿੱਤ ਗਏ, ਭਾਵੇਂ ਕੁਝ ਕਿਹਾ ਜਾਵੇ ਅਮਰੀਕਾ ਉਵੇਂ ਹੀ ਭੱਜਿਆ ਜਿਵੇਂ ਕਦੇ ਉਹ ਵੀਅਤਨਾਮ ਦੇ ਵਿੱਚੋਂ ਭੱਜਿਆ ਸੀਗਾ। ਅਸਲ ਗੱਲ ਜੇ ਅਸੀਂ ਦੇਖੀਏ ਕਿ ਤਾਲਿਬਾਨ ਸ਼ਬਦ ਆ ਜਿਹੜਾ ਇਹ ਅੱਜ ਬਹੁਤ ਬਦਨਾਮ ਹੋ ਗਿਆ, ਪਰ ਤਾਲਿਬਾਨ ਆ ਜਿਹੜਾ ਸ਼ਬਦ ਇਹ ਬੇਸਿਕਲੀ ਤਾਂ ਤਾਲਬ ਇਲਮ ਤੋਂ ਬਣਿਆ ਹੈਗਾ, ਕਿ ਜਿਹੜੇ ਬੰਦੇ ਵਿਦਿਆਰਥੀ ਹੈ, ਇਹਦਾ ਅਰਥ ਤਾਂ ਅਸਲ 'ਚ ਵਿਦਿਆਰਥੀ ਹੈ। ਨਿਸ਼ਚੇ ਹੀ ਉਹ ਜਦੋਂ ਕੋਈ ਬੰਦਾ ਲੜਦਾ ਅਤੇ ਉਹ ਫਿਰ ਜਿਹਨੂੰ ਕਹਿ ਸਕਦੇ ਹਾਂ ਕਿ ਉਹ ਅੱਤਵਾਦੀ ਕਾਰਵਾਈਆਂ ਵੀ ਉਹਨਾਂ ਨੇ ਕੀਤੀਆਂ, ਜਿਹਨੂੰ ਕਹਿ ਸਕਦੇ ਹਾਂ ਕਿ ਉਹਨਾਂ ਨੇ ਅਮਰੀਕੀਆਂ ਨੂੰ ਵੀ ਮਾਰਿਆ, ਪੱਤਰਕਾਰਾਂ ਨੂੰ ਵੀ ਮਾਰਿਆ, ਔਰਤਾਂ 'ਤੇ ਵੀ ਉਹ ਜ਼ੁਲਮ ਕਰਦੇ ਆ, ਅਤੇ ਇਹ ਉਹਨਾਂ ਦਾ ਇੱਕ ਵੱਖਰਾ ਪਸਾਰ ਹੈਗਾ। ਪਰ ਜਿੱਥੇ ਤੱਕ ਮੈਂ ਸਮਝਦਾ ਹੈਗਾ ਕਿ ਕਿਸੇ ਦੇਸ਼ ਦੇ ਕਿਸੇ ਖਿੱਤੇ 'ਤੇ ਜਿਹੜਾ ਰਾਜ ਕਰਨ ਦਾ ਅਧਿਕਾਰ ਆ, ਉਹ ਤਾਂ ਉਹਨਾਂ ਲੋਕਾਂ ਨੂੰ ਹੀ ਹੁੰਦਾ ਜਿਹੜੇ ਉੱਥੋਂ ਦੇ ਜੰਮਪਲ ਹੋਣ, ਜਿਹੜੇ ਉਸ ਇਲਾਕੇ ਦੇ ਹੋਣ। ਤਾਂ ਇਸ ਪੱਖੋਂ ਤਾਂ ਇਹਨੂੰ ਨੈਸ਼ਨਲਿਸਟ ਮੂਵਮੈਂਟ ਵਜੋਂ ਵੀ ਦੇਖਿਆ ਜਾ ਸਕਦਾ ਹੈ। ਪਰ ਜਿਹੜਾ ਇਹਦਾ ਦੂਜਾ ਪੱਖ ਆ ਉਹ ਬੜਾ ਖਤਰਨਾਕ ਆ, ਕਿ ਉਹ ਧਾਰਮਿਕ ਸ਼ਰੀਅਤ ਦੇ ਅਧੀਨ ਜਾਂ ਧਾਰਮਿਕ ਮੂਲਵਾਦ ਦੇ ਅਧੀਨ, ਕਈ ਗੱਲਾਂ ਤਾਂ ਸ਼ਰੀਅਤ ਵਿੱਚ ਵੀ ਨਹੀਂ ਜਿਹੜੀਆਂ ਕਿ ਉਹ ਲਾਗੂ ਕਰਨ ਨੂੰ ਫਿਰਦੇ ਆ। ਉਹਦੇ ਵਿੱਚ ਇਹ ਕਿ ਔਰਤਾਂ ਨੂੰ ਬੁਰਕੇ ਪਾਉਣੇ, ਉਹਨਾਂ ਨੂੰ ਕੰਮ ਨਹੀਂ ਕਰਨ ਦੇਣਾ, ਦੂਸਰੇ ਧਰਮਾਂ ਦੀਆਂ ਮੂਰਤੀਆਂ ਤੋੜ ਦੇਣੀਆਂ, ਉਹਨਾਂ ਦੇ ਮੰਦਰਾਂ ਗੁਰਦੁਆਰਿਆਂ ਨੂੰ ਕਿ ਜਿਹਨੂੰ ਕਹਿ ਸਕਦੇ ਹਾਂ ਕਿ ਉੱਥੇ ਜਾ ਕੇ ਬੰਬ ਧਮਾਕੇ ਕਰ ਦੇਣੇ, ਜਾਂ ਜਿਹੜਾ ਵੀ ਬੰਦਾ ਤੁਹਾਡੇ ਨਾਲ ਸਹਿਮਤ ਨਹੀਂ ਉਹਨੂੰ ਗੋਲੀ ਮਾਰ ਦੇਣੀ, ਹੱਥ ਕੱਟ ਦੇਣੇ। ਇਸ ਕਿਸਮ ਦੀਆਂ ਜਿਹੜੀਆਂ ਬਰਬਰਤਾਪੂਰਨ ਘਟਨਾਵਾਂ ਨੇ ਜਾਂ ਕਾਰਵਾਈਆਂ ਨੇ ਉਹਨਾਂ ਦੀਆਂ, ਇਸ ਕਰਕੇ ਉਹ ਸੰਸਾਰ ਵਿੱਚ ਇੱਕ ਤਰ੍ਹਾਂ ਦੇ ਨਿੰਦਣੀ ਲੋਕ ਬਣੇ ਹੋਏ ਆ। ਮੈਨੂੰ ਲੱਗਦਾ ਹੈ ਕਿ ਉਸ ਦੇਸ਼ ਦੇ ਵਿੱਚ ਰਾਜ ਕਰਨ ਦਾ ਅਧਿਕਾਰ ਤਾਂ ਉੱਥੋਂ ਦੇ ਲੋਕਾਂ ਨੂੰ ਹੀ ਆ, ਪਰ ਉੱਥੋਂ ਦੇ ਜਿਹੜੇ ਲੜਾਕੇ ਜਾਂ ਜਿਹੜੇ ਬੰਦੇ ਇਸ ਵੇਲੇ ਕਾਬਜ਼ ਆ, ਉਸ ਨੂੰ ਘੱਟ ਗਿਣਤੀਆਂ ਜਾਂ ਔਰਤਾਂ ਦੀ ਜ਼ਿੰਦਗੀ ਦੇ ਵਿੱਚ ਇਸ ਕਿਸਮ ਦਾ ਦਖਲ ਦੇਣ ਦਾ ਅਧਿਕਾਰ ਵੀ ਨਹੀਂ ਚਾਹੀਦਾ। ਇਹ ਦੋਨੋਂ ਗੱਲਾਂ ਹੀ ਗਲਤ ਨੇ।
ਜੀ ਪ੍ਰੋਫੈਸਰ ਸਾਹਿਬ, ਜਿਸ ਤਰ੍ਹਾਂ ਕਿ ਦੇਖਦੇ ਹਾਂ ਕਿ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਸਾਰਾ ਕੁਝ ਆਪਣਾ ਰਿਲੀਜ਼ ਕੀਤਾ ਕਿ ਅਸੀਂ ਇਸ ਤਰ੍ਹਾਂ ਦਾ ਰਾਜ ਦੇਵਾਂਗੇ, ਪਰ ਉਹਨਾਂ ਦੇ ਰਾਜ ਦੇ ਵਿੱਚ ਵੀ ਕੁਝ ਗੱਲਾਂ ਇਹੋ ਜਿਹੀਆਂ ਨੇ ਜਿਹੜੀਆਂ ਕਿ ਉਹਨਾਂ ਨੇ ਦੱਸੀਆਂ ਕਿ ਜਿਵੇਂ ਤੁਸੀਂ ਸ਼ਰੀਅਤ ਦੀ ਗੱਲ ਕੀਤੀ ਆ, ਫਿਰ ਇਹੋ ਜਿਹਾ ਜਿਹੜਾ ਲੋਕਤੰਤਰ ਹੈ ਉਹਦੇ ਹੱਕ 'ਚ ਤਾਂ ਉਹਨਾਂ ਦੀ ਕੋਈ ਗੱਲ ਨਹੀਂ। ਫਿਰ ਲੋਕਤੰਤਰ ਕਿੱਥੇ ਗਿਆ ਜੇਕਰ ਤਾਲਿਬਾਨ ਇਸ ਤਰ੍ਹਾਂ ਦੀਆਂ ਕਾਰਵਾਈਆਂ ਆਪਣੇ ਰਾਜ ਦੇ ਵਿੱਚ ਕਰੂਗਾ, ਤਾਂ ਉਸ ਤੋਂ ਬਾਅਦ ਲੋਕਤੰਤਰ ਦਾ ਤਾਂ ਬਿਲਕੁਲ ਹੀ ਘਾਣ ਹੋ ਜਾਣਾ ਜੀ। ਇਹੀ ਗੱਲ ਮਾੜੀ ਆ ਨਾ ਕਿ ਦੇਖੋ ਉਹ ਹੁਣ ਉਹਨਾਂ ਨੇ ਆਪਣਾ ਇੱਕ ਨਕਸ਼ ਚੰਗਾ ਉਸਾਰਨ ਦੀ ਕੋਸ਼ਿਸ਼ ਕੀਤੀ, ਕਿਹਾ ਕਿ ਅਸੀਂ ਔਰਤਾਂ ਨੂੰ ਕੁਝ ਨਹੀਂ ਕਰਾਂਗੇ, ਨੌਕਰੀਆਂ ਤੋਂ ਨਹੀਂ ਹਟਾਵਾਂਗੇ, ਅਸੀਂ ਉਹਨਾਂ ਨੂੰ ਪੜ੍ਹਨ 'ਤੇ ਨਹੀਂ ਰੋਕ ਲਾਵਾਂਗੇ। ਪਰ ਅਸਲੀਅਤ ਵਿੱਚ ਕਿ ਜਲਦੀ ਹੀ ਉਹਨਾਂ ਦਾ ਰੂਪ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਕਿ ਉਹਨਾਂ ਨੇ ਨੌਕਰੀਆਂ ਤੋਂ ਵੀ ਹਟਾਉਣਾ ਸ਼ੁਰੂ ਕਰ ਦਿੱਤਾ, ਉਹਨਾਂ ਨੂੰ ਬੁਰਕੇ ਵੀ ਜ਼ਬਰਦਸਤੀ ਪਾਉਣੇ ਸ਼ੁਰੂ ਕਰ ਦਿੱਤੇ। ਤਾਂ ਉਸ ਹਾਲਤ ਦੇ ਵਿੱਚ ਜਿਹਨੂੰ ਕਿਹਾ ਜਾ ਸਕਦਾ ਹੈ ਕਿ ਉਹਨਾਂ ਦਾ ਨਕਸ਼ਾ ਕੋਈ ਚੰਗਾ ਨਹੀਂ ਬਣਨ ਵਾਲਾ। ਫਿਰ ਉੱਥੇ ਲੋਕ ਤਾਲਿਬਾਨ ਦੇ ਖਿਲਾਫ ਵੀ ਲੜਨਗੇ। ਇਹ ਨਹੀਂ ਕਿ ਦੂਸਰੇ ਵਿਚਾਰਾਂ ਵਾਲੇ ਉੱਥੇ ਲੋਕ ਨਹੀਂ ਹੋਣਗੇ, ਉਹ ਵੀ ਲੜਨਗੇ, ਕਿਉਂਕਿ ਲੋਕਾਂ ਨੇ ਲੰਮਾ ਸਮਾਂ, ਖਾਸ ਕਰਕੇ ਵੱਡੇ ਸ਼ਹਿਰਾਂ ਦੇ ਵਿੱਚ ਲੰਮਾ ਸਮਾਂ ਲੋਕਾਂ ਨੇ ਪਹਿਲਾਂ ਰੂਸੀ ਪ੍ਰਭਾਵ ਅਧੀਨ ਤੇ ਬਾਅਦ ਦੇ ਵਿੱਚ ਅਮਰੀਕੀ ਪ੍ਰਭਾਵ ਅਧੀਨ ਇੱਕ ਸੁਤੰਤਰ ਖੁੱਲ੍ਹੀ ਜ਼ਿੰਦਗੀ ਜਿਉਈ ਆ। ਅਤੇ ਜਦੋਂ ਇੱਕ ਵਾਰ ਖੁੱਲ੍ਹੀ ਜ਼ਿੰਦਗੀ ਜਿਉਂ ਲਏ, ਉਸ ਸਮੇਂ ਉਸ ਨੂੰ ਦੁਬਾਰਾ ਪਰਦਿਆਂ 'ਚ ਬੰਦ ਕਰਨਾ, ਉਸ ਨੂੰ ਦੁਬਾਰਾ ਘਰਾਂ 'ਚ ਬੰਦ ਕਰਨਾ ਬਹੁਤ ਔਖਾ ਹੁੰਦਾ ਹੈ। ਅਸਲ ਦੇ ਵਿੱਚ ਅਸੀਂ ਵਾਰ-ਵਾਰ ਗੱਲ ਕਰ ਰਹੇ ਹੈਗੇ ਹਾਂ ਘੱਟ ਗਿਣਤੀਆਂ ਅਤੇ ਔਰਤਾਂ ਦੀ, ਪਰ ਕੀ ਉਹ ਆਪਦੇ ਧਰਮ ਵਾਲਿਆਂ ਲਈ ਵੀ ਕੋਈ ਚੰਗਾ ਰਾਜ ਦੇ ਸਕਣਗੇ? ਕੀ ਉਹ ਬਾਕੀ ਬੰਦਿਆਂ ਲਈ ਵੀ ਚੰਗਾ ਰਾਜ ਦੇ ਸਕਣਗੇ? ਹਾਲ ਦੀ ਘੜੀ ਉਹਨਾਂ ਕੋਲ ਕੋਈ ਵੱਡੀ ਪਲੈਨਿੰਗ ਨਹੀਂ ਲੱਗਦੀ ਗੀ। ਠੀਕ ਆ, ਉਹਨਾਂ ਨੇ ਅਮਰੀਕਾ ਨੂੰ ਭਜਾ ਦਿੱਤਾ, ਪਰ ਕੀ ਉਹ ਆਪਣੇ ਦੇਸ਼ ਵਿੱਚ ਸੱਚਮੁੱਚ ਕੋਈ ਵਿਕਾਸ ਦੇ ਰਾਹ ਤੁਰ ਸਕਣਗੇ? ਇਹ ਤਾਂ ਹਜੇ ਭਵਿੱਖ ਦੇ, ਜਿਹਨੂੰ ਕਹਿ ਸਕਦੇ ਹਾਂ, ਗੋਦ ਵਿੱਚ ਹੀ ਇਹ ਸਵਾਲ ਪਿਆ ਹੈ। ਜੀ ਪ੍ਰੋਫੈਸਰ ਸਾਹਿਬ, ਦੂਜੇ ਪਾਸੇ ਆਪਾਂ ਗੱਲ ਕਰੀਏ ਤਾਂ ਯੂਨਾਈਟਿਡ ਨੇਸ਼ਨ ਇੱਕ ਮਤਲਬ ਕਿ ਇਸ ਚੀਜ਼ ਦੇ ਉੱਤੇ ਕੋਈ ਵੀ ਹਾਲੇ ਤੱਕ ਐਕਸ਼ਨ ਨਹੀਂ ਲੈ ਸਕਿਆ। ਬੇਸ਼ੱਕ ਇਹਨੂੰ ਇਹ ਲਾ ਲਓ ਵੀ ਤਾਲਿਬਾਨ ਦੇ ਧੱਕੇ ਕਰਕੇ, ਜਾਂ ਫਿਰ ਯੂਨਾਈਟਿਡ ਨੇਸ਼ਨ ਆ ਜਿਹੜਾ ਉਹ ਅਮਰੀਕਾ ਦੀ ਜਿਹੜੀ ਤਾਕਤ ਹੈ ਉਹਦੇ ਅੰਡਰ ਚੱਲਦਾ। ਤੁਸੀਂ ਕੀ ਸਮਝਦੇ ਹੋ ਕਿ ਯੂਨਾਈਟਿਡ ਨੇਸ਼ਨ ਦਾ ਕਿਸ ਤਰ੍ਹਾਂ ਦਾ ਸਟੈਂਡ ਰਹੂਗਾ ਇਸ ਤਰ੍ਹਾਂ ਜੇਕਰ ਤਾਲਿਬਾਨ ਨੇ ਹੁਣ ਕਬਜ਼ਾ ਕੀਤਾ? ਤੇ ਭਾਰਤ ਹੈ ਜਿਹੜਾ, ਭਾਰਤ ਨੂੰ ਤਾਲਿਬਾਨ ਤੋਂ ਕਿਹੋ ਜਿਹਾ ਖਤਰਾ ਹੈ ਜੀ? ਜਦ ਤੱਕ ਤਾਂ ਯੂਨਾਈਟਿਡ ਨੇਸ਼ਨ ਦੀ ਗੱਲ ਆ, ਯੂਨਾਈਟਿਡ ਨੇਸ਼ਨ ਤਾਂ ਇੱਕ ਜਿਹਨੂੰ ਕਹਿੰਦੇ ਆ ਸੰਸਾਰ ਦੀ ਪੰਚਾਇਤ ਆ, ਅਤੇ ਉਹ ਜਿਹਨੂੰ ਕਹਿ ਸਕਦੇ ਆ ਕਿ ਇੱਕ ਸਾਂਝਾ ਜਿਹਾ ਹੱਲ ਕਰਨ ਦੀ ਕੋਸ਼ਿਸ਼ ਕਰਦੀ ਆ। ਸੈਕੰਡ ਵਰਲਡ ਵਾਰ ਤੋਂ ਬਾਅਦ ਉਹਦੀ ਕਾਫੀ ਜਿਹੜੀ ਪੁੱਛ ਪ੍ਰਤੀਤ ਸੀ, ਪਰ ਹੌਲੀ ਹੌਲੀ ਉਹ ਅਮਰੀਕਾ ਦੇ ਪ੍ਰਭਾਵ ਅਧੀਨ ਆਉਂਦੀ ਗਈ ਅਤੇ ਉਹਦਾ ਮੁੱਢਲਾ ਪ੍ਰਭਾਵ ਖਤਮ ਹੋ ਗਿਆ। ਇਸ ਵੇਲੇ ਜੇ ਉੱਥੇ ਅਮਰੀਕਾ ਕੁਛ ਨਹੀਂ ਕਰ ਸਕਿਆ, ਤਾਂ ਅਮਰੀਕਾ ਦੇ ਪ੍ਰਭਾਵ ਅਧੀਨ ਜਿਹੜੀ UNO ਚੱਲਦੀ ਆ ਉਹ ਵੀ ਉੱਥੇ ਬਹੁਤਾ ਕੁਝ ਨਹੀਂ ਕਰ ਸਕੂਗੀ। ਇਸ ਗੱਲ ਦੀ ਕੋਈ ਬਹੁਤੀ ਸੰਭਾਵਨਾ ਨਹੀਂ ਲੱਗਦੀ। ਇਹ ਤਾਂ ਅੰਤਰਰਾਸ਼ਟਰੀ ਸਿਰਫ ਵਿਚਾਰ ਮੰਚ ਆ ਕਿ ਜਿੱਥੇ ਲੋਕ ਵਿਚਾਰ ਸਾਂਝੇ ਕਰ ਲੈਂਦੇ ਆ। ਰਹੀ ਗੱਲ ਭਾਰਤ 'ਤੇ ਕੀ ਪ੍ਰਭਾਵ ਪਊਗਾ, ਦੇਖੋ ਭਾਰਤ 'ਤੇ ਪ੍ਰਭਾਵ ਇਹਦਾ ਕਈ ਪੱਖਾਂ 'ਤੇ ਪਊਗਾ। ਭਾਰਤ 'ਤੇ ਪ੍ਰਭਾਵ ਇੱਕ ਤਾਂ ਇਹ ਪਊਗਾ ਕਿ ਜਿਹੜੇ ਇੱਥੋਂ ਦੇ ਲੜਾਕੂ ਲੋਕ ਨੇ, ਲੜਾਕੂ ਲੋਕ ਚੰਗੇ ਜਾਂ ਮਾੜੇ ਆਪਾਂ ਇਸ ਗੱਲ ਵਿੱਚ ਨਹੀਂ ਪੈਂਦੇ, ਚਾਹੇ ਉਹ ਕਸ਼ਮੀਰ ਦੇ ਨੇ, ਚਾਹੇ ਨਾਗਾਲੈਂਡ ਦੇ ਨੇ, ਚਾਹੇ ਕੁਝ ਹੋਰ ਨੇ, ਜਿਹੜੇ ਭਾਰਤ ਸਰਕਾਰ ਦੇ ਵਿਰੁੱਧ ਬਗਾਵਤ ਕਰਨਾ ਚਾਹੁੰਦੇ ਆ, ਉਹਨਾਂ ਨੂੰ ਇਸ ਨਾਲ ਉਤਸ਼ਾਹ ਮਿਲਦਾ ਕਿ ਲਓ ਜੀ ਉੱਥੇ ਐਂ ਹੋ ਗਿਆ, ਸ਼ਾਇਦ ਸਾਡੇ ਵੀ ਐਂ ਹੋ ਜੇ। ਇੱਕ ਤਾਂ ਇਹ ਕਿ ਭਾਰਤ ਸਰਕਾਰ ਲਈ ਇਹ ਸਿਰਦਰਦੀ ਵਧੂਗੀ। ਦੂਸਰਾ ਇਹ ਕਿ ਜਿਹੜਾ ਸਾਡੇ ਆਲੇ ਦੁਆਲੇ ਦੇਸ਼ ਨੇ ਉਹ ਇਸਲਾਮਿਕ ਦੇਸ਼ ਨੇ, ਚਾਹੇ ਉਹ ਬੰਗਲਾਦੇਸ਼ ਆ, ਚਾਹੇ ਪਾਕਿਸਤਾਨ ਆ, ਅਤੇ ਚਾਹੇ ਅਫਗਾਨਿਸਤਾਨ ਆ, ਉਹਦੇ ਵਿੱਚ ਜੇ ਕੱਟੜਪੰਥੀ ਲੋਕ ਅੱਗੇ ਆਉਂਦੇ ਆ ਤਾਂ ਨਿਸ਼ਚੈ ਹੀ ਕਸ਼ਮੀਰ ਦੇ ਮਸਲੇ ਦੇ ਵਿੱਚ ਹੋ ਸਕਦਾ ਹੈਗਾ, ਕੁਝ ਲੋਕਾਂ ਨੂੰ ਤਾਂ ਇਹ ਵੀ ਸ਼ੱਕ ਹੈਗਾ ਕਿ ਜਿਹੜੇ ਤਾਲਿਬਾਨ ਆ ਉਹ ਲੜ ਹੀ ਸਕਦੇ ਆ, ਰਾਜ ਨਹੀਂ ਕਰ ਸਕਦੇ। ਅਤੇ ਜਦੋਂ ਉਹਨਾਂ ਕੋਲ ਰਾਜ ਆ ਗਿਆ ਤਾਂ ਜਿਹੜੇ ਲੜਾਕੇ ਉਹ ਕਿੱਥੇ ਜਾਣਗੇ? ਅਤੇ ਉਹ ਕਹਿੰਦੇ ਲੜਾਕੇ ਆ ਜਿਹੜੇ ਉਹ ਕਿਤੇ ਵਾਇਆ ਪਾਕਿਸਤਾਨ ਕਸ਼ਮੀਰ ਵੱਲ ਨੂੰ ਨਾ ਆ ਜਾਣ। ਤਾਂ ਇਸ ਕਿਸਮ ਦੇ ਖਦਸ਼ੇ ਪ੍ਰਗਟਾਏ ਜਾ ਰਹੇ ਆ। ਮੈਨੂੰ ਲੱਗਦਾ ਕਿ ਇਸ ਗੱਲ ਦੀਆਂ ਤੁਰੰਤ ਤਾਂ ਨਹੀਂ ਸੰਭਾਵਨਾਵਾਂ, ਪਰ ਆਪਣੇ ਆਪ ਦੇ ਵਿੱਚ ਸੰਸਾਰ ਪੱਧਰ 'ਤੇ ਉਸ ਮੂਲਵਾਦ ਦਾ ਉਥਾਨ ਹੋਣਾ, ਉਹ ਮੂਲਵਾਦੀ ਗੱਲਾਂ ਹੋਣੀਆਂ, ਉਹ ਮਾੜੀਆਂ ਗੱਲਾਂ ਨੇ। ਨਿੱਜੀ ਤੌਰ 'ਤੇ ਮੈਂ ਇਹ ਸਮਝਦਾ ਕਿ ਇਹ ਜਿੱਥੇ ਮੈਂ ਇਹ ਗੱਲ ਬਹੁਤ ਜ਼ੋਰ ਦੇ ਕੇ ਕਹਿੰਦਾ ਕਿ ਕਿਸੇ ਵੀ ਖਿੱਤੇ ਵਿੱਚ ਜਿਹੜਾ ਰਾਜ ਕਰਨ ਦਾ ਮੁੱਢਲਾ ਅਧਿਕਾਰ ਆ ਉਹ ਉੱਥੋਂ ਦੇ ਜੰਮੇ ਪਲਿਆਂ ਨੂੰ ਹੋਣਾ ਚਾਹੀਦਾ। ਪਰ ਦੂਜੇ ਪਾਸੇ ਮੈਂ ਇਹ ਗੱਲ ਵੀ ਬਹੁਤ ਜ਼ੋਰ ਦੇ ਕੇ ਕਹਿੰਦਾ ਕਿ ਕਿਸੇ ਵੀ ਹਾਲਤ ਦੇ ਵਿੱਚ ਜਿਹੜੇ ਮਨੁੱਖ ਦੇ ਅਧਿਕਾਰ ਨੇ, ਘੱਟ ਗਿਣਤੀਆਂ ਦੇ ਅਧਿਕਾਰ ਨੇ, ਔਰਤਾਂ ਦੇ ਅਧਿਕਾਰ ਨੇ, ਬਜ਼ੁਰਗਾਂ ਦੇ ਅਧਿਕਾਰ ਨੇ, ਬੱਚਿਆਂ ਦੇ ਅਧਿਕਾਰ ਨੇ, ਉਹ ਅਧਿਕਾਰ ਜੇ ਕੋਈ ਛੀਨਣ ਵਾਲੀ ਤਾਕਤ ਹੋਂਦ 'ਚ ਆਉਂਦੀ ਆ, ਉਹ ਚਾਹੇ ਤਾਲਿਬਾਨ ਹੋਣ ਅਤੇ ਚਾਹੇ ਤਾਲਿਬਾਨ ਭਾਵੇਂ ਨਾ ਹੋਵੇ, ਪਰ ਦੂਸਰੀਆਂ ਘੱਟ ਗਿਣਤੀਆਂ ਨੂੰ ਪਸੰਦ ਨਾ ਕਰਨ ਵਾਲੀ ਕੋਈ ਵੀ ਫਾਸ਼ੀਵਾਦੀ ਜਿਹੜੀ ਸੋਚ ਹੈਗੀ ਆ ਉਹਦੀ ਸਾਨੂੰ ਨਿਖੇਧੀ ਕਰਨੀ ਚਾਹੀਦੀ ਆ। ਇਹ ਤਾਲਿਬਾਨ ਸਿਰ ਵੱਡੀ ਜ਼ਿੰਮੇਵਾਰੀ ਆ ਕਿ ਉਹ ਆਪਣਾ ਅਕਸ ਸੁਧਾਰਨ, ਅਤੇ ਨਹੀਂ ਤਾਂ ਫਿਰ ਇਹ ਕਿ ਸੰਸਾਰ ਉਹਨਾਂ ਨੂੰ ਨਫ਼ਰਤ ਤਾਂ ਕਰਦਾ ਹੀ ਆ, ਉਹਨਾਂ ਦਾ ਨਾਂ ਜਿਹਨੂੰ ਕਹਿੰਦੇ ਆ ਕਿ ਵੀ ਬੈਡ ਬॉयਜ਼ ਵਜੋਂ ਤਾਂ ਲੈਂਦਾ ਹੀ ਆ, ਅਤੇ ਉਹ ਲੈਂਦਾ ਰਹੂਗਾ। ਜੀ ਅਤੇ ਪ੍ਰੋਫੈਸਰ ਸਾਹਿਬ, ਮੇਰਾ ਆਖਰੀ ਸਵਾਲ ਹੈ ਕਿ ਜਿਸ ਤਰ੍ਹਾਂ
ਤਾਲਿਬਾਨ ਦਾ ਕਬਜ਼ਾ ਹੋ ਚੁੱਕਿਆ, ਉਹਨਾਂ ਨੂੰ ਆਪਾਂ ਗੱਲ ਕਰ ਹੀ ਰਹੇ ਹਾਂ ਕਿ ਬਦਨਾਮ ਵੀ ਲਾ ਲਓ ਉਹ ਹੋ ਚੁੱਕੇ ਨੇ ਇਸ ਗੱਲ ਵਜੋਂ ਕਿ ਉਹ ਆਤੰਕੀ ਨੇ। ਪਰ ਦੂਜੇ ਪਾਸੇ ਤੁਸੀਂ ਦੱਸਿਆ ਕਿ ਉੱਥੋਂ ਦੇ ਮੂਲ ਲੋਕਾਂ ਨੂੰ ਅਧਿਕਾਰ ਆ ਕਿਸੇ ਵੀ ਅਧਿਕਾਰਕ ਖੇਤਰ ਤੇ ਆਪਣੇ ਰਾਜ ਕਰਨ ਦਾ। ਤੇ ਹੁਣ ਗੱਲ ਉੱਠਦੀ ਹੈ ਕਿ ਜਿਹੜੇ ਤਾਲਿਬਾਨ ਨੇ, ਕੀ ਲੱਗਦਾ ਵੀ ਉਹ ਚੰਗਾ ਭਵਿੱਖ ਆ ਜਿਹੜਾ ਅਫਗਾਨਿਸਤਾਨ ਨੂੰ ਦੇ ਸਕਣਗੇ? ਮੈਨੂੰ ਕੋਈ ਇਹਦੀ ਬਹੁਤੀ ਸੰਭਾਵਨਾ ਨਹੀਂ ਲੱਗਦੀ। ਉਹਦਾ ਕਾਰਨ ਇਹ ਹੈ ਕਿ ਤਾਲਿਬਾਨ ਦਾ ਜਿਹੜਾ ਇਲਾਕਾ ਹੈਗਾ ਉਹਦੇ ਵਿੱਚ ਪਹਿਲਾਂ ਵੀ ਨਾ ਸਿਰਫ ਫੀਮ ਦੀ ਖੇਤੀ ਹੁੰਦੀ ਹੈ। ਲਗਭਗ 16% ਜਿਹੜੀ ਉਹਨਾਂ ਦੀ GDP ਆ ਉਹ ਫੀਮ ਤੋਂ ਆਉਂਦੀ ਆ। ਦੂਜਾ ਇਹਦਾ ਮਤਲਬ ਇਹ ਕਿ ਸੰਸਾਰ ਪੱਧਰ ਤੇ ਜਿਹੜੀ ਨਸ਼ਾ ਤਸਕਰੀ ਆ ਉਹਦੇ ਵਿੱਚ ਤਾਂ ਉਹਨਾਂ ਦਾ ਹਿੱਸੇਦਾਰੀ ਉਵੇਂ ਰਹੂਗੀ। ਦੂਜੀ ਜਿਹੜੀ ਗੱਲ ਹੈਗੀ ਆ ਕਿ ਉੱਥੋਂ ਸੁੱਕੇ ਮੇਵੇ ਆਉਂਦੇ ਸੀਗੇ, ਬਦਾਮ ਅਖਰੋਟ ਵਗੈਰਾ, ਪਰ ਹੁਣ ਇਹ ਕਿ ਵੀ ਕੀ ਬਾਹਰਲੇ ਦੇਸ਼ਾਂ ਨਾਲ ਉਹਨਾਂ ਦਾ ਵਪਾਰ ਚੱਲਦਾ ਰਹੂਗਾ। ਦੂਸਰਾ ਇਹ ਕਿ ਜਦੋਂ ਇੱਕ ਵਾਰੀ ਸਰਹੱਦਾਂ ਬੰਦ ਹੋ ਜਾਣ ਤਾਂ ਵਪਾਰੀਆਂ ਦਾ ਦਿਲ ਡਹਿਲ ਜਾਂਦਾ ਹੈਗਾ। ਜਿਹੜੇ ਲੁਧਿਆਣੇ ਦੇ ਵਪਾਰੀ ਨੇ ਇਹਨਾਂ ਨੇ ਦੱਸਿਆ ਹੈਗਾ ਕਿ ਬਹੁਤ ਸਾਰੇ ਇਹਨਾਂ ਨੇ ਆਰਡਰ ਬੁੱਕ ਕਰੇ ਹੋਏ ਸੀਗੇ, ਖਾਸ ਕਰਕੇ ਜਿਹੜੇ ਗਰਮ ਕੱਪੜੇ ਨੇ ਉਹ ਅਫਗਾਨਿਸਤਾਨ 'ਚ ਉਹਨਾਂ ਦੀ ਲੋੜ ਹੁੰਦੀ ਆ। ਉਹ ਹੁਣ ਆਰਡਰ ਇੱਥੋਂ ਚੱਕੇ ਜਾਣਗੇ ਕਿ ਨਹੀਂ ਚੱਕੇ ਜਾਣਗੇ। ਜੋ ਉਸ ਗੱਲ ਦੀ ਅੰਤਰਰਾਸ਼ਟਰੀ ਪੱਧਰ 'ਤੇ ਸੰਭਾਵਨਾ ਲੱਗ ਰਹੀ ਆ ਕਿ ਚੀਨ ਅਤੇ ਪਾਕਿਸਤਾਨ ਉਹਦੀ ਸਹਾਇਤਾ ਕਰਨਗੇ, ਅਤੇ ਭਾਰਤ ਜਿਹੜਾ ਹੁਣ ਤੱਕ ਉੱਥੇ ਆਪਦੇ ਪ੍ਰੋਜੈਕਟ ਲਾਉਣ ਨੂੰ ਫਿਰਦਾ ਸੀ, ਖਾਸ ਕਰਕੇ ਜਿਹੜਾ ਚਾਹ ਬੰਦਰਗਾਹ ਦਾ ਜਿਹੜਾ ਰਾਹ ਬਣਾਉਣਾ ਸੀਗਾ ਚਾਹ ਬਰਦਾਨ ਦਾ, ਉਹਦੇ ਵਿੱਚ ਕੁਝ ਰੋਕ ਲੱਗੂਗੀ। ਲੱਗਦਾ ਹੈਗਾ ਕਿ ਇਸ ਤਬਦੀਲੀ ਦਾ ਫਾਇਦਾ ਹੈ ਜਿਹੜਾ ਉਹ ਪਾਕਿਸਤਾਨ, ਚੀਨ ਅਤੇ ਰੂਸ ਨੂੰ ਹੋਊਗਾ। ਭਾਰਤ ਨੂੰ ਇਹਦਾ ਨੁਕਸਾਨ ਹੋਣ ਦੀ ਸੰਭਾਵਨਾ ਹੀ ਦਿਖਾਈ ਦੇ ਰਹੀ ਹੈ। ਜੀ ਪ੍ਰੋਫੈਸਰ ਸਾਹਿਬ, ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਸ਼ੁਕਰੀਆ। ਸੋ ਦੋਸਤੋ, ਇਹ ਸੀ ਜੀ ਪ੍ਰੋਫੈਸਰ ਰਜਿੰਦਰਪਾਲ ਬਰਾੜ ਜੀ, ਜਿਨ੍ਹਾਂ ਨੇ ਦੱਸਿਆ ਕਿ ਜੇਕਰ ਤਾਲਿਬਾਨ ਦਾ ਕਬਜ਼ਾ ਹੈ ਜਿਹੜਾ ਅਫਗਾਨਿਸਤਾਨ ਦੇ ਵਿੱਚ ਹੋ ਚੁੱਕਿਆ ਹੈ ਤਾਂ ਉਸ ਦਾ ਭਵਿੱਖ ਕਿਹੋ ਜਿਹਾ ਹੋਊਗਾ, ਜਾਂ ਫਿਰ ਤਾਲਿਬਾਨ ਹੈ ਜਿਹੜਾ ਜੇਕਰ ਜ਼ਮੀਨੀ ਪੱਧਰ 'ਤੇ ਉਹ ਅਸਲੀਅਤ ਵਾਪਰਦੀ ਆ ਜਿਹੜੀ ਉਹ ਪੇਸ਼ ਕਰਨਾ ਚਾਹੁੰਦੇ ਸੀ ਕਿ ਅਸੀਂ ਔਰਤਾਂ ਨੂੰ ਨੌਕਰੀਆਂ ਦਿਵਾਵਾਂਗੇ, ਜਾਂ ਫਿਰ ਨੌਕਰੀਆਂ ਹੈਗੀਆਂ ਨੇ ਉਹਨਾਂ ਤੋਂ ਛਟਾਈਆਂ ਨਹੀਂ ਜਾਣਗੀਆਂ, ਜਾਂ ਫਿਰ ਜਿਸ ਤਰ੍ਹਾਂ ਔਰਤਾਂ ਨੂੰ ਆਜ਼ਾਦੀ ਦਿੱਤੀ ਜਾਊਗੀ, ਪਰ ਅਸਲ ਦੇ ਵਿੱਚ ਸੱਚਾਈ ਹੈ ਜਿਹੜੀ ਉਹ ਕੁਝ ਹੋਰ ਨਿਕਲ ਕੇ ਆਉਂਦੀ ਆ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ। ਤੁਹਾਨੂੰ ਜਿਹੜੀ ਅੱਜ ਦੀ ਇਹ ਮੁਲਾਕਾਤ ਕਿਵੇਂ ਲੱਗੀ, ਤੁਹਾਡੇ ਵਿਚਾਰ ਕੀ ਨੇ ਇਸ ਸਭ ਮੁੱਦੇ ਦੇ ਬਾਰੇ, ਤੁਸੀਂ ਕਮੈਂਟ ਬਾਕਸ 'ਚ ਆਪਣੀ ਰਾਏ ਦੇਣਾ ਨਾ ਭੁੱਲਿਓ। ਜੁੜੇ ਰਹੋ ਪੁਆਧੀ TV ਦੇ ਨਾਲ। ਸਤਿ ਸ਼੍ਰੀ ਅਕਾਲ।